ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ। ਅੱਜ ਪਹੁੰਚੇ ਹਾਂ ਇੱਕ ਨੌਜਵਾਨ ਲੜਕੀ ਜੋ ਅੱਜ ਮਹਾਰਥੀਆਂ ਨੂੰ ਟੱਕਰ ਦੇਣ ਦੇ ਲਈ ਪਟਿਆਲੇ ਦੇ ਵਿੱਚ ਕਮਰ ਕੱਸੇ ਨੇ ਜਿਸ ਨੇ ਉਹ ਲੜਕੀ ਜੋ ਲੰਮਾ ਸਮਾਂ ਆਪ ਪਾਰਟੀ ਦੇ ਨਾਲ ਬਤੌਰ ਵਲੰਟੀਅਰ ਕੰਮ ਕੀਤਾ। ਉਸ ਤੋਂ ਬਾਅਦ ਕਿਸੇ ਸਮੇਂ ਮਹਾਰਾਣੀ ਪ੍ਰਨੀਤ ਕੌਰ ਦੇ ਨੇੜੇ ਹੋਣ ਦਾ ਵੀ ਲੋਕਾਂ ਨੂੰ ਭੁਲੇਖਾ ਪੈਂਦਾ ਰਿਹਾ, ਪਰ ਆਪਣੀ ਸੱਚਾਈ ਨੂੰ ਦੇਖਦੇ ਹੋਏ ਕਿਸੇ ਵੀ ਪਾਰਟੀ ਦੇ ਵਿੱਚ ਸੰਤੁਸ਼ਟੀ ਨਾ ਹੋਈ, ਕਿਉਂਕਿ ਸਮਾਜ ਨੂੰ ਬਦਲਣ ਦਾ ਬੀੜਾ ਚੱਕਣਾ ਸੀ, ਸਮਾਜ ਦੇ ਵਿੱਚ ਲੜਕੀਆਂ ਨੂੰ ਇੱਕ ਵਿਸ਼ੇਸ਼ ਸਥਾਨ ਦਿਵਾਉਣਾ ਸੀ। ਅਤੇ ਅੱਜ ਇਸ ਲੜਕੀ ਜੋਤੀ ਤਿਵਾੜੀ ਵੱਲੋਂ ਇੱਕ ਉੱਦਮ ਕੀਤਾ ਗਿਆ ਆ, ਇੱਕ ਕਦਮ ਚੱਕਿਆ ਗਿਆ ਆ ਉਹਨਾਂ ਮਹਾਰਥੀਆਂ ਦੇ ਖਿਲਾਫ ਜੋ ਆਪਣੇ ਪੇਪਰ ਪਟਿਆਲਾ ਦੇ ਵਿੱਚੋਂ ਭਰੇ ਗਏ ਨੇ ਵੀ ਜਿੱਥੇ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ, ਜਿੱਥੇ ਇੱਕ ਪਾਸੇ ਵਿਸ਼ਨੂੰ ਸ਼ਰਮਾ ਜੀ, ਜਿੱਥੇ ਇੱਕ ਪਾਸੇ ਕੋਹਲੀ ਸਾਹਿਬ, ਉਹ ਇਹਨਾਂ ਦੇ ਨਾਲ ਬਰਾਬਰ ਟੱਕਰ 'ਤੇ ਨੇ। ਪਰ ਇਸ ਨੌਜਵਾਨ ਲੜਕੀ ਵੱਲੋਂ ਇਹ ਹਿੰਮਤ ਕੀਤੀ ਗਈ ਹੈ ਵੀ ਮੈਂ ਇਹਨਾਂ ਨੂੰ ਆਪਣੀ ਲੜਕੀ ਹੋਣ ਦਾ ਜਿਹੜਾ ਅਹਿਸਾਸ ਹੈ ਅਤੇ ਬਰਾਬਰੀ ਦਾ ਜਿਹੜਾ ਅਹਿਸਾਸ ਹੈ ਕਰਵਾਉਣਾ ਹੈ। ਸੋ ਸਭ ਤੋਂ ਪਹਿਲਾਂ ਤਾਂ ਸਟਿੰਗ ਨਿਊਜ਼ ਦੇ ਵਿੱਚ ਜੋਤ ਜੀ ਤੁਹਾਡਾ ਸਵਾਗਤ ਹੈ। ਸੋ ਆਪਾਂ ਜੇ ਗੱਲ ਸਿੱਧੇ ਮੁੱਦੇ ਦੀ ਕਰਦੇ ਹਾਂ, ਕਿ ਤੁਹਾਡਾ ਕੋਈ ਪਰਿਵਾਰਕ ਪਿਛੋਕੜ ਸੀ ਜਾਂ ਤੁਸੀਂ ਕਿਸ ਤਰ੍ਹਾਂ ਤੁਹਾਡੀ ਇਹ ਸੋਚ ਆਈ ਵੀ ਤੁਸੀਂ ਇਲੈਕਸ਼ਨ ਦੇ ਵਿੱਚ ਆਉਣਾ ਹੈ? ਮੇਰਾ ਇਹਦੇ ਵਿੱਚ ਕੋਈ ਪਰਿਵਾਰਿਕ ਪਿਛੋਕੜ ਨਹੀਂ ਹੈ। ਮੈਂ ਇੱਕ ਸਾਧਾਰਨ ਮੱਧ ਵਰਗੀ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ। ਮੇਰੇ ਜੋ ਫਾਦਰ ਸਾਹਿਬ ਹੈ ਉਹ ਪੁਜਾਰੀ ਹੈ ਮੰਦਿਰ 'ਤੇ, ਔਰ ਮੇਰੇ ਪਰਿਵਾਰ ਦੇ ਵਿੱਚ ਅੱਜ ਤੱਕ ਕੋਈ ਵੀ ਪੋਲੀਟੀਕਲ ਐਕਟੀਵਿਟੀਜ਼ ਦੇ ਵਿੱਚ ਨਹੀਂ ਰਿਹਾ। ਹਾਂ, ਸਮਾਜ ਸੇਵਾ ਜੋ ਕਿ ਸਾਡੇ ਬਲੱਡ ਦੇ ਵਿੱਚ ਹੈ ਉਹ ਹਮੇਸ਼ਾ ਹੀ ਰਿਹਾ। ਮੈਂ ਜਾਂ ਮੇਰਾ ਪਰਿਵਾਰ ਹਮੇਸ਼ਾ ਸਮਾਜ ਸੇਵਾ ਦੇ ਨਾਲ ਜੁੜੇ ਰਹੇ ਕਿ ਲੋਕਾਂ ਦੇ ਜਾਂ ਔਰਤਾਂ ਦੇ ਜੋ ਵੀ ਇੱਕ ਤਬਕਾ ਹੈ, ਜੋ ਵੀ ਦੱਬਿਆ ਕੁਚਲਾ ਤਬਕਾ ਬੋਲਿਆ ਜਾਂਦਾ, ਅਸੀਂ ਵੀ ਉਹਦੇ ਵਿੱਚ ਹੀ ਆਉਂਦੇ ਹਾਂ। ਹਰ ਇੱਕ ਤਬਕੇ ਲਈ ਕੁਝ ਕਰ ਸਕੀਏ, ਉਹਨਾਂ ਨੂੰ ਐਜੂਕੇਟ ਕਰ ਸਕੀਏ। ਤਾਂ ਮੇਰਾ ਹਮੇਸ਼ਾ ਇਹੀ ਟੀਚਾ ਰਿਹਾ, ਔਰ ਇਸੀ ਟੀਚੇ ਦੇ ਨਾਲ ਮੈਂ ਵੱਖ-ਵੱਖ ਪਾਰਟੀਆਂ ਨਾਲ ਵੀ ਆਪਣੀ ਸਾਂਝ, ਉਹਨਾਂ ਦੇ ਵਿਚਾਰ ਸੁਣੇ, ਉਹਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰੀ ਕਿ ਸ਼ਾਇਦ ਯੂਥ ਦੀ ਪ੍ਰੋਬਲਮਸ, ਔਰਤਾਂ ਦੀ ਪ੍ਰੋਬਲਮਸ ਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨ। ਬਟ ਹਰ ਥਾਂ ਨਿਰਾਸ਼ਾ ਮਿਲੀ। ਜਦ 2014 'ਚ ਆਪ ਪਾਰਟੀ ਆਈ, ਮੈਂ ਉੱਥੋਂ ਇੱਕ ਬਹੁਤ ਘੱਟ ਏਜ ਦੇ ਵਿੱਚ ਵਲੰਟੀਅਰ ਦੇ ਤੌਰ 'ਤੇ ਕੰਮ ਕੀਤਾ। ਮੈਨੂੰ ਲੱਗਿਆ ਕਿ ਜੋ ਇਹ ਪਾਰਟੀ ਆਮ ਲੋਕਾਂ ਲਈ ਬਣਾਈ ਗਈ ਹੈ, ਇਹ ਆਮ ਲੋਕਾਂ ਦੇ ਲਈ ਕੰਮ ਕਰੇਗੀ, ਆਮ ਲੋਕਾਂ ਦੇ ਹਿੱਤਾਂ ਦੇ ਲਈ ਸੋਚੇਗੀ। ਬਟ ਉਹਨਾਂ ਨੇ ਵੀ ਖਾਸ ਬਣ ਕੇ ਦਿਖਾਤਾ। ਉਸ ਤੋਂ ਬਾਅਦ ਮੈਂ ਮਹਾਰਾਣੀ ਸਾਹਿਬ ਲਈ ਕੰਮ ਕੀਤਾ, ਉਹਨਾਂ ਦੇ ਲਈ ਕੰਮ ਨਹੀਂ ਕੀਤਾ। ਇੱਕ ਬੀਇੰਗ ਅ ਵੂਮਨ ਦੇ ਤੌਰ 'ਤੇ ਮੈਂ ਉਹਨਾਂ ਨਾਲ ਸਟਾਰਟਿੰਗ ਕੀਤੀ ਕਿ ਇੱਕ ਔਰਤ ਹੀ ਔਰਤਾਂ ਦੀ ਪ੍ਰੋਬਲਮਸ ਨੂੰ ਸਮਝੇਗੀ। ਜੋ ਅੱਜ ਕੱਲ੍ਹ ਰੇਪ ਕੇਸਿਸ ਵੱਧਦੇ ਨੇ, ਬਹੁਤ ਕੁਛ, ਤਾਂ ਮੈਨੂੰ ਲੱਗਿਆ ਸ਼ਾਇਦ ਮੈਂ ਇਹਨਾਂ ਨਾਲ ਕੰਮ ਕਰਕੇ ਆਪਣੀ ਸੋਚ 'ਤੇ ਕੰਮ ਕਰ ਪਾਊਂਗੀ। ਬਟ ਮੈਨੂੰ ਨਿਰਾਸ਼ਾ ਹੱਥ ਲੱਗੀ, ਔਰ ਉਸ ਤੋਂ ਬਾਅਦ ਮੈਂ ਫੈਸਲਾ ਕਰਿਆ ਕਿ ਮੈਂ ਆਪਣੇ ਸੋਸ਼ਲ ਵਰਕ ਦੇ ਵਿੱਚ ਰਹਿ ਕੇ ਹੀ ਲੋਕਾਂ ਦੇ ਭਲੇ ਲਈ ਕੰਮ ਕਰੂੰਗੀ। ਬਟ ਇੱਕ ਮੌਕਾ ਫਿਰ ਇਹ ਆਇਆ 2022 ਦੇ ਇਲੈਕਸ਼ਨ, ਜਿਹਦੇ ਵਿੱਚ ਸਾਰੀਆਂ ਪਾਰਟੀਆਂ, ਰਿਵਾਇਤੀ ਪਾਰਟੀਆਂ ਹਮੇਸ਼ਾ ਇੱਕ ਨਾਅਰਾ ਦਿੰਦੇ ਰਹੀ ਹੈ ਕਿ ਅਸੀਂ 50% ਰਿਜ਼ਰਵੇਸ਼ਨ ਔਰਤਾਂ ਨੂੰ ਦੇਣਾ ਹੈ। ਵਿਧਾਨ ਸਭਾ ਇਲੈਕਸ਼ਨ, ਲੋਕ ਸਭਾ ਇਲੈਕਸ਼ਨ ਜਾਂ ਫਿਰ ਰਾਜ ਸਭਾ ਦੇ ਵਿੱਚ ਅਸੀਂ 50% ਔਰਤਾਂ ਨੂੰ ਲੈ ਕੇ ਜਾਣਾ ਹੈ। ਲੇਕਿਨ ਅੱਜ ਦੀ ਸੱਚਾਈ ਇਹ ਹੈ, ਚਾਹੇ ਕੋਈ ਵੀ ਪਾਰਟੀ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਜੋ ਪੰਜਾਬ ਲੋਕ ਬਣੀ ਹੋਈ ਹੈ ਇਹ ਹੈ, ਜਾਂ ਫਿਰ ਬੀਜੇਪੀ ਹੈ, ਕੋਈ ਵੀ ਪਾਰਟੀ ਹੈ, ਜਿੰਨੀ ਵੀ ਪਾਰਟੀਆਂ ਬਣਦੀਆਂ, ਔਰਤਾਂ ਨੂੰ ਹਰ ਥਾਂ ਇਗਨੋਰ ਕਰਿਆ ਜਾਂਦਾ, ਕੁੜੀਆਂ ਨੂੰ ਹਰ ਥਾਂ ਇਗਨੋਰ ਕਰਿਆ ਜਾਂਦਾ। ਸਾਡੀਆਂ ਪਟਿਆਲਾ ਜੋ ਲੋਕ ਸਭਾ ਸੀਟ ਹੈ, ਇਹਦੀਆਂ 9 ਅਸੈਂਬਲੀਆਂ ਪੈਂਦੀਆਂ, ਔਰ 9 ਦੇ ਵਿੱਚੋਂ ਕੋਈ ਵੀ ਇਹਨਾਂ ਨੇ ਕੁੜੀ ਨਹੀਂ ਉਤਾਰੀ, ਨਾ ਕੋਈ ਮਹਿਲਾ ਐਸੀ ਜਿਸ ਨੂੰ ਟਿਕਟ ਦਿੱਤੀ ਕਿ ਜੋ ਸਮਾਜ ਭਲਾਈ ਲਈ ਕੰਮ ਕਰ ਸਕੇ ਜਾਂ ਫਿਰ ਇੱਕ ਅੱਛੀ ਲੀਡਰ ਦੇ ਤੌਰ 'ਤੇ ਲੋਕਾਂ ਦੇ ਭਲੇ ਲਈ ਕੰਮ ਕਰ ਸਕੇ। ਸੋ ਇਸੇ ਸੋਚ ਨੂੰ ਰੱਖਦੇ ਹੋਏ ਮੈਂ ਅੱਗੇ ਆਈ, ਔਰ ਮੈਨੂੰ ਲੱਗਿਆ ਕਿ ਮੈਨੂੰ ਇਹ ਕਰਨਾ ਚਾਹੀਦਾ। ਅਗਰ ਯੂਥ ਅੱਜ ਅੱਗੇ ਨਹੀਂ ਆਇਆ ਤਾਂ ਸਾਡਾ ਜੋ ਆਉਣ ਵਾਲਾ ਪੰਜਾਬ ਦਾ ਭਵਿੱਖ ਹੈ ਬਿਲਕੁਲ ਹਨੇਰੇ 'ਚ ਚੱਲ ਜਾਏਗਾ। ਇਸ ਟੀਚੇ ਨਾਲ ਮੈਂ ਸਾਹਮਣੇ ਆਈ। ਤੁਹਾਨੂੰ ਕੀ ਲੱਗਦਾ ਵੀ ਜਿਹੜੀਆਂ ਪਾਰਟੀਆਂ 70 ਸਾਲ ਤੋਂ ਰਾਜ ਕਰਦੀਆਂ ਸੀ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਉਹ ਕਾਂਗਰਸ ਸੀ, ਜਾਂ ਸੈਂਟਰ ਦੇ ਵਿੱਚ ਬੀਜੇਪੀ ਹੈ, ਵੀ ਇਹ ਕਿਹੜੀ ਉਹ ਚੀਜ਼ ਨਹੀਂ ਲੈ ਕੇ ਆ ਸਕੇ ਜੋ ਤੁਹਾਡੀ ਨੌਜਵਾਨ ਵਰਗ ਹੈ, ਤੁਹਾਡੀ ਸੋਚ ਹੈ ਵੀ ਅਸੀਂ ਬਦਲਾਵ ਦੀ ਕੋਸ਼ਿਸ਼ ਕਰਾਂਗੇ? 70 ਸਾਲਾਂ ਤੋਂ ਜੋ ਹੁਣ ਤੱਕ ਮੈਂ ਰਾਜਨੀਤੀ ਦੇ ਬਦਲਾਵ ਦੇਖੇ ਹੈ, ਸੁਣੇ ਹੈ, ਇੱਕ ਸੋਸ਼ਲ ਵਰਕ ਦੇ ਤੌਰ 'ਤੇ ਇੱਕ ਚੀਜ਼ ਦੇਖੀ ਹੈ ਕਿ ਜੋ ਲੀਡਰ ਆਉਂਦਾ ਹੈ ਉਹ ਸਟਾਰਟ ਐਂ ਕਰਦਾ ਕਿ ਅਸੀਂ ਸਮਾਜ ਭਲਾਈ ਲਈ ਕੰਮ ਕਰਨਾ ਹੈ, ਲੇਕਿਨ ਸਮਾਜ ਭਲਾਈ ਤੋਂ ਬਾਅਦ ਉਹਨਾਂ ਦੀ ਭਲਾਈ ਸਿਰਫ ਉਹਨਾਂ ਦੇ ਪਰਿਵਾਰ ਤੱਕ ਰਹਿ ਜਾਂਦੀ ਹੈ। ਜਦ ਵੀ ਕੋਈ ਨੌਕਰੀਆਂ ਆਉਂਦੀਆਂ, ਕੁਛ ਵੀ ਆਉਂਦਾ ਹੈ, ਉਹ ਆਪਣੇ ਤੱਕ ਹੀ ਰੱਖ ਲੈਂਦੇ ਨੇ। ਇਹਦੇ ਵਿੱਚ ਚਾਹੇ ਬੀਜੇਪੀ ਪਾਰਟੀ ਹੈ, ਸਭ ਤੋਂ ਵੱਡੀ ਜਿਹੜੀ ਇੱਕ ਚੀਜ਼ ਰਿਵਾਇਤੀ ਪਾਰਟੀਆਂ ਦੀ ਆਪਾਂ ਦੇਖਦੇ ਹਾਂ ਕਿ ਜਦ ਇਹ ਆਪਣੀ ਪ੍ਰਮੋਸ਼ਨ ਕਰਦੇ ਨੇ ਕਿ ਅਸੀਂ ਜਨਤਾ ਲਈ ਕੰਮ ਕਰਨਾ ਹੈ, ਲੇਕਿਨ ਉਸ ਤੋਂ ਬਾਅਦ ਇਹਨਾਂ ਦਾ ਮੇਨ ਟੀਚਾ ਰਹਿ ਜਾਂਦਾ ਮੀ ਔਰ ਮਾਈ ਸੈਲਫ, ਕਿ ਮੈਂ ਹਾਂ, ਮੇਰਾ ਪਰਿਵਾਰ ਔਰ ਮੈਂ ਆਪਣੇ ਆਪ ਨੂੰ ਦੇਖਣਾ ਹੈ। ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕਾਂਗਰਸ ਦੇ ਵਿੱਚ ਇੱਕ ਕਲਚਰ ਚੱਲ ਪਿਆ ਕਿ ਜਦ ਇੱਕ ਬੰਦਾ ਵਿਧਾਇਕ ਹੁੰਦਾ ਜਾਂ MP ਹੁੰਦਾ, ਉਹ ਆਪਣੇ ਜਾਣ ਤੋਂ ਪਹਿਲਾਂ ਹੀ ਆਪਣੇ ਬੇਟੇ ਨੂੰ ਜਾਂ ਆਪਣੀ ਬੇਟੀ ਨੂੰ ਲਾਂਚ ਕਰਨਾ ਸਟਾਰਟ ਕਰ ਦਿੰਦਾ। ਔਰ ਕਾਂਗਰਸ ਦੇ ਜੋ ਵਲੰਟੀਅਰਸ ਹੁੰਦੇ ਨੇ ਜਾਂ
ਕੋਈ ਵੀ ਹੈ ਉਹਨਾਂ ਦੇ ਉੱਪਰ ਵਜ਼ਨ ਆ ਜਾਂਦਾ ਹੈ ਕਿ ਜੀ ਹੁਣ ਉਹਨਾਂ ਦੇ ਵਿਧਾਇਕ ਸਾਹਿਬ ਦੇ ਬੇਟੇ ਨੂੰ ਵਿਧਾਇਕ ਬਣਾਉਣਾ ਹੈ। ਉਹ ਆਪਣੀ ਸਾਰੀ ਜੋ ਪਾਵਰ ਉਹਨਾਂ ਨੂੰ ਲੋਕਾਂ ਦੇ ਕੰਮ ਲਈ ਮਿਲੀ ਹੁੰਦੀ ਹੈ, ਗੱਡੀ ਜੋ ਮਿਲੀ ਹੁੰਦੀ ਹੈ ਲੋਕਾਂ ਦੇ ਕੰਮ ਕਰਾਉਣ ਲਈ, ਲੇਕਿਨ ਉਹ ਗੱਡੀਆਂ, ਉਹ ਪਾਇਲਟ ਗੱਡੀਆਂ, ਉਹ ਸਾਰੀ ਸਰਵਿਸ ਸਰਕਾਰੀ ਉਹ ਉਸ ਬੰਦੇ ਲਈ ਦਿੰਦੇ ਜਿਹਨੂੰ ਸੰਵਿਧਾਨਿਕ ਤੌਰ ਤੇ ਕੋਈ ਅਧਿਕਾਰ ਨਹੀਂ ਹੁੰਦਾ, ਔਰ ਉਸ ਬੰਦੇ ਲਈ ਸਾਰੀ ਪਾਵਰ ਫੂਕਦੀ ਜਾਂਦੀ ਹੈ। ਇਸ ਚੀਜ਼ ਦੇ ਮੈਂ ਵਿਰੋਧੀ ਹਾਂ। ਦੂਜੀ ਗੱਲ, ਸਾਡਾ ਯੂਥ ਜੋ ਕਿ ਪੜ੍ਹਾਈ ਲਿਖਾਈ ਕਰੇ ਜਾਂ ਫਿਰ ਉਹਨਾਂ ਨੂੰ ਜੌਬ ਲਈ, ਇੰਪਲੋਇਮੈਂਟ ਲਈ ਉਤਸ਼ਾਹਿਤ ਕੀਤਾ ਜੇ, ਬਟ ਉਹਨਾਂ ਨਾਲ ਕੀ ਕੀਤਾ ਜਾਂਦਾ, ਉਹਨਾਂ ਨੂੰ ਰੈਲੀਆਂ ਦੇ ਵਿੱਚ ਪੈਸੇ ਜਾਂ ਕਿਸੇ ਹੋਰ ਲਾਲਚ ਦੇ ਵਿੱਚ ਬੁਲਾ ਕੇ ਉਹਨਾਂ ਦੇ ਫਿਊਚਰ ਨਾਲ ਛੇੜਛਾੜ ਕਰੀ ਜਾਂਦੀ ਹੈ। ਅੱਜ ਦਾ ਟਾਈਮ ਸਰ ਤੁਸੀਂ ਇਹ ਮੰਨੋਗੇ ਪੰਜਾਬੀ ਯੂਨੀਵਰਸਿਟੀ ਪੂਰੀ ਘਾਟੇ ਦੇ ਵਿੱਚ ਜਾ ਚੁੱਕੀ ਹੈ, ਔਰ ਉਹ ਬਹੁਤ ਜਲਦ ਇਸ ਇਲੈਕਸ਼ਨਾਂ ਤੋਂ ਬਾਅਦ ਉਹ ਪ੍ਰਾਈਵੇਟ ਕਾਰਪੋਰੇਸ਼ਨ ਦੇ ਹੱਥ ਚਲੀ ਜਾਏਗੀ, ਕਾਰਪੋਰੇਟ ਸੈਕਟਰ ਉਸਨੂੰ ਆਪਣੇ ਹੱਥ ਵਿੱਚ ਲੈ ਲੇਗਾ। ਹੁਣ ਤੁਸੀਂ ਇਹ ਦੱਸੋ ਕਿ ਜੋ ਤਾਂ ਪੈਸੇ ਵਾਲੇ MP MLA ਬਣ ਗਏ, ਕਰੋੜਾਂ ਰੁਪਏ ਇਹਨਾਂ ਨੇ ਛਾਪ ਲਏ, ਉਹ ਤਾਂ ਆਪਣੇ ਬੱਚੇ ਨੂੰ ਪੜ੍ਹਾ ਲੈਣਗੇ, ਗਰੀਬ ਬੰਦਾ ਕਿੱਥੇ ਲੈ ਕੇ ਜਾਏਗਾ? ਯੂਥ ਅੱਜ ਸਾਡਾ ਯੂਥ ਪਰੇਸ਼ਾਨ ਹੈ ਕਿ ਉਹਨਾਂ ਦਾ ਫਿਊਚਰ ਕਿੱਥੇ ਹੈ। 70 ਸਾਲ ਤੋਂ ਜਿਨ੍ਹਾਂ ਨੂੰ ਵੋਟ ਦਿੱਤਾ, ਉਹਨਾਂ ਨੇ 70 ਸਾਲ 'ਚ ਸਾਡੇ ਦੇਸ਼ ਦੀ ਕਿਆ ਡਿਵੈਲਪਮੈਂਟ ਕੀਤੀ ਹੈ? ਸਿਰਫ ਇੰਨੀ ਕੀਤੀ ਹੈ ਕਿ ਸਾਨੂੰ ਸੜਕਾਂ ਹਰ 5 ਸਾਲ ਬਾਅਦ ਦੁਬਾਰਾ ਨਵੀਆਂ ਬਣਾ ਕੇ ਦਿੱਤੀਆਂ ਜਾਂਦੀਆਂ। ਹਰ 5 ਸਾਲ ਜਦ ਸਰਕਾਰ ਆਉਂਦੀ ਹੈ ਤਾਂ ਨਵੇਂ ਰਾਸ਼ਨ ਕਾਰਡ, ਕਦੇ ਨੀਲੇ ਬਣਾਓ, ਕਦੇ ਚਿੱਟੇ ਬਣਾਓ, ਕਦੇ ਸਮਾਰਟ ਕਾਰਡ ਬਣਾਓ। ਜਦ ਵੀ ਕੋਈ ਸਰਕਾਰ ਆਉਂਦੀ ਹੈ ਜੀ ਅਸੀਂ ਤੁਹਾਨੂੰ ਮੋਬਾਈਲ ਦੇਵਾਂਗੇ, ਲੈਪਟਾਪ ਦੇਵਾਂਗੇ, ਸਕੂਟੀਆਂ ਦੇਵਾਂਗੇ, ਸਾਨੂੰ ਨਹੀਂ ਚਾਹੀਦੀਆਂ ਇਹ ਚੀਜ਼ਾਂ। ਅੱਜ ਦਾ ਯੂਥ ਇਹ ਚਾਹੁੰਦਾ ਸਾਨੂੰ ਇੰਪਲੋਇਮੈਂਟ ਦਿਓ, ਸਾਨੂੰ ਐਜੂਕੇਸ਼ਨ ਦਿਓ, ਸਾਡੇ ਲਈ, ਸਾਡੇ ਫਿਊਚਰ ਨੂੰ ਦੇਖਦੇ ਹੋਏ ਸਾਡੇ ਲਈ ਐਸੀ ਸਕੀਮਸ ਲੈ ਕੇ ਆਓ ਜਿਸ ਨਾਲ ਸਾਡੇ ਇੰਪਲੋਇਮੈਂਟ ਦੇ ਚਾਂਸਸ ਵਧਣ। ਲੇਕਿਨ ਨਹੀਂ, ਸਾਡੀਆਂ ਜੋ ਪਾਰਟੀਆਂ ਨੇ ਉਹ ਸਿਰਫ ਕਿੱਥੇ ਲੈ ਕੇ ਚੱਲਦੀਆਂ ਨੇ, ਇੱਕ ਦਾਰੂ ਦੀ ਬੋਤਲ ਤੇ 200 ਰੁਪਏ ਦਾ ਪੈਟਰੋਲ ਬਾਈਕ 'ਚ ਪਵਾ ਕੇ ਰੈਲੀਆਂ ਕਰਵਾਉਣੀਆਂ। ਇਹਦੀ ਗਵਾਹ ਮੈਂ ਖੁਦ ਰਹੀ ਹਾਂ ਇਹਨਾਂ ਚੀਜ਼ਾਂ ਦੀ, ਔਰ ਉੱਥੋਂ ਮੈਨੂੰ ਪਤਾ ਲੱਗਿਆ ਕਿ ਸਾਡੇ ਯੂਥ ਨੂੰ ਕਿਸ ਰਾਹ 'ਤੇ ਮੋੜ ਦਿਆ ਗਿਆ। ਈਵਨ ਅੱਜ ਦੇ ਟਾਈਮ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਯੂਨੀਅਨ ਨੂੰ ਇਸ ਕਰਕੇ ਬਣਾਇਆ ਜਾਂਦਾ ਹੈ ਕਿ ਉਹ ਸਟੂਡੈਂਟਸ ਦੇ ਭਲੇ ਲਈ ਕੰਮ ਕਰਨ, ਬਟ ਸੱਚਾਈ ਕੀ ਹੁੰਦੀ ਹੈ, ਉਹਨਾਂ ਨੂੰ ਪਾਰਟੀਆਂ ਸਿਰਫ ਆਪਣੇ ਭਲੇ ਲਈ ਯੂਜ਼ ਕਰਦੀਆਂ ਨੇ। ਉਹਨਾਂ ਵਿੱਚੋਂ ਕਿੰਨੇ ਇਨੋਸੈਂਟ ਬੰਦੇ ਜਿਨ੍ਹਾਂ ਨੂੰ ਗੈਂਗਸਟਰ ਬਣਾ ਕੇ ਬਾਹਰ ਛੱਡਿਆ ਜਾਂਦਾ ਹੈ। ਸੋ ਇਹ ਚੀਜ਼ਾਂ ਜੋ ਕਿ 70 ਸਾਲ ਤੋਂ ਇਹਨਾਂ ਨੇ ਸਾਡੇ ਹਿੰਦੁਸਤਾਨ ਨੂੰ ਉੱਪਰ ਨਹੀਂ ਨੀਚੇ ਲੈ ਕੇ ਜਾ ਰਹੇ ਨੇ। ਇਹ ਜਿਹੜੀ ਨਵੀਂ ਸੋਚ ਹੈ, ਨਵੀਂ ਜਨਰੇਸ਼ਨ ਹੈ, ਉਹ ਡੈਫੀਨੇਟਲੀ ਇੱਕ ਨਵਾਂ ਵਿਜ਼ਨ ਲੈ ਕੇ ਚੱਲਦੀ ਹੈ। ਵੱਡੀ ਗੱਲ ਕਹੀ ਹੈ ਇਸ ਮਹਿਲਾ ਨੇ, ਇਸ ਲੜਕੀ ਨੇ, ਇਸ ਉਦਮੀ ਲੜਕੀ ਨੇ, ਆਈ ਮੀ ਮਾਈ ਸੈਲਫ ਦਾ ਕਲਚਰ ਜਿਹੜਾ ਉਹ ਖ਼ਤਮ ਕਰਨਾ ਹੈ। ਜਿਹੜੀ ਅੱਜ ਭਾਜਪਾ ਵਿਸ਼ਵ ਪੱਧਰ 'ਤੇ ਨੰਬਰ 1 ਹੋਣ ਦਾ ਦਾਅਵਾ ਕਰਦੀ ਹੈ, ਔਰ ਪੰਜਾਬ ਦੇ ਵਿੱਚ ਉਹਨੂੰ ਲੱਗਦਾ ਵੀ ਉਹਨਾਂ ਨੇ ਜਿਹੜਾ ਇਲੈਕਸ਼ਨ ਦੇ ਵਿੱਚ, ਕੰਪੇਨ ਦੇ ਵਿੱਚ ਟੌਪ 'ਤੇ ਜਾਣਾ ਹੈ। ਤੁਸੀਂ ਕੀ ਲੱਗਦਾ ਵੀ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਪੰਜਾਬ 'ਚ ਉਹਦੀ ਪਾਰਟੀ ਨੂੰ ਬੂਸਟ ਦੇਣਗੀਆਂ ਜਾਂ ਨਹੀਂ ਦੇਣਗੀਆਂ? ਜੋ BJP ਦੀ ਹੁਣ ਤੱਕ ਦੀ ਨੀਤੀਆਂ ਰਹੀ ਹੈ, ਮੈਂ ਕਿਸੇ ਇੱਕ ਪਾਰਟੀ ਦੀ ਕਦੇ ਸਮਰਥਕ ਨਹੀਂ ਰਹੀ। ਮੈਂ ਹਮੇਸ਼ਾ ਉਹਨਾਂ ਦੇ ਜੋ ਵਾਅਦੇ ਹੁੰਦੇ ਨੇ, ਜੋ ਕੰਮ ਹੁੰਦਾ, ਉਸ ਨੂੰ ਦੇਖ ਕੇ ਗੱਲ ਕਰਦੀ ਹੁੰਦੀ ਹਾਂ। BJP ਦੀ ਵੀ ਮੈਂ ਕੋਈ ਬਹੁਤ ਵੱਡੀ ਸਮਰਥਕ ਨਹੀਂ ਹਾਂ, ਕਿਉਂਕਿ ਅਗਰ ਗੱਲ ਕਰੀ ਜੇ ਵੂਮੈਨਸ ਦੇ ਭਲੇ ਲਈ ਤਾਂ ਉਹਨਾਂ ਨੇ ਵੀ ਕੋਈ ਇੰਨਾ ਨਹੀਂ ਕਰਿਆ। ਬਟ ਹਾਂ, ਜੋ 3 ਤਲਾਕ ਦਾ ਕਲਚਰ ਸੀ ਉਹ ਉਹਨਾਂ ਨੇ ਖ਼ਤਮ ਕਰਿਆ। ਜੋ ਪੰਜਾਬ ਦੇ ਵਿੱਚ ਉਹਨਾਂ ਨੇ ਨੀਤੀਆਂ ਇੱਕਦਮ, ਜੋ ਸਾਡੇ 1.5-2 ਸਾਲ ਕਿਸਾਨ ਬਾਰਡਰ 'ਤੇ ਬੈਠੇ ਰਹੇ ਆ, ਉਹਦੇ ਵਿੱਚ ਕੁੜੀਆਂ ਵੀ ਸੀ, ਸਾਡੀਆਂ ਮਾਵਾਂ ਭੈਣਾਂ, ਠੀਕ ਹੈ, ਬਜ਼ੁਰਗ ਵੀ, ਸਾਰਿਆਂ ਨੇ 1.5 ਸਾਲ ਉੱਥੇ ਬਹੁਤ ਲੰਬਾ ਸਮਾਂ ਗੁਜ਼ਾਰਿਆ। ਔਰ ਇਹਨਾਂ ਦੀ ਸਿਰਫ ਪੋਲੀਟਿਕਸ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਇੰਨਾ ਉੱਥੇ 750 ਕਿਸਾਨ ਸਾਡਾ ਜੋ ਸ਼ਹੀਦ ਵੀ ਹੋਇਆ ਉੱਥੇ। ਔਰ ਇਹਨਾਂ ਸਾਰੀ ਗੱਲਾਂ ਦੇ ਬਾਵਜੂਦ ਦੋ ਪਾਰਟੀਆਂ ਦਾ ਦੇਖੋ ਰਲਿਆ ਮਿਲਿਆ ਟੀਚਾ ਸੀਗਾ ਕਿ ਇਲੈਕਸ਼ਨ ਦੇ ਨੇੜੇ ਇਸ ਧਰਨੇ ਨੂੰ ਖਤਮ ਕਰਿਆ ਜਾਣਾ ਹੈ। ਜਦ ਇਹ ਖਤਮ ਹੋਏਗਾ ਤੇ ਉਸ ਤੋਂ ਬਾਅਦ ਕੀ ਅਸੀਂ ਆਪਣੀ ਪਾਰਟੀ ਦੀ ਪ੍ਰਮੋਸ਼ਨ ਕਰਾਂਗੇ। ਸੋ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਇੰਨੀ ਸੀਟਾਂ ਇੱਥੇ ਕੱਢਣੀਆਂ, ਕਿਉਂਕਿ ਉਹਨਾਂ ਨੇ ਸ਼ਾਇਦ ਕੰਮ ਕਰਦੇ ਨੇ ਅੱਛਾ, ਲੇਕਿਨ ਜੋ ਉਹਨਾਂ ਦੀ ਚੀਜ਼ਾਂ ਨੇ, ਜੋ ਉਹਨਾਂ ਦੀ ਜੋ ਸੋਚ ਹੈ ਕਿ ਪਬਲਿਕ ਨੂੰ ਹੋਰ ਚੀਜ਼ਾਂ 'ਚ ਉਲਝਾ ਕੇ ਰੱਖਣਾ, ਯੂਥ ਨੂੰ ਹੋਰ ਪਾਸੇ ਡਾਈਵਰਟ ਕਰਕੇ ਰੱਖਣਾ, ਉਸ ਚੀਜ਼ ਨਾਲ ਕੰਮ ਨਹੀਂ ਹੁੰਦਾ। ਹੁਣ ਪੋਲੀਟੀਕਲ ਪਾਰਟੀਆਂ ਨੂੰ ਸਮਝਣਾ ਚਾਹੀਦਾ ਹੈ ਹਿੰਦੁਸਤਾਨ ਦਾ ਯੂਥ ਜਾਗ ਗਿਆ। ਪਕੌੜੇ ਤਲ ਕੇ ਜਾਂ ਫਿਰ ਤੁਸੀਂ ਉਹਨਾਂ ਨੂੰ ਧਰਨਿਆਂ 'ਚ ਉਲਝਾ ਕੇ ਹੁਣ ਤੁਸੀਂ ਉਹਨਾਂ ਨੂੰ ਲਾਰਿਆਂ 'ਚ ਨਹੀਂ ਫਸਾ ਸਕਦੇ। ਹੁਣ ਉਹ ਕੰਮ ਮੰਗ ਰਿਹਾ, ਉਹ ਤੁਹਾਡੇ ਤੋਂ ਜਵਾਬ ਮੰਗ ਰਿਹਾ ਕਿ ਤੁਸੀਂ ਸਾਡੇ ਲਈ ਕਿਆ ਪਲੈਨਿੰਗ ਲੈ ਕੇ ਬੈਠੇ ਹੋ। ਤੁਸੀਂ ਅਗਰ ਤੁਹਾਡੀ ਸੋਚ ਇਹੀ ਹੈ ਕਿ ਜੀ ਅਸੀਂ ਇਹਨਾਂ ਨੂੰ ਬੇਰੁਜ਼ਗਾਰ ਭੱਤਾ ਦੇ ਕੇ ਚੁੱਪ ਕਰਾ ਲਾਂਗੇ, ਜਾਂ ਅਸੀਂ ਇਹਨਾਂ ਨੂੰ ਸੀਖ ਦੇਵਾਂਗੇ ਕਿ ਜੀ ਤੁਸੀਂ ਪਕੌੜੇ ਤਲ ਲਓ, ਉਹੀ ਬਿਜ਼ਨਸ ਬਣਾ ਲਓ, ਜਾਂ ਫਿਰ ਤੁਸੀਂ ਉਹਨਾਂ ਨੂੰ ਜਿਵੇਂ ਕਿਸਾਨ ਮੋਰਚੇ ਨੂੰ ਲੰਬਾ ਖਿੱਚ ਕੇ ਇਹਨਾਂ ਨੇ ਗੱਲ ਵਧਾਈ, ਇਹ ਸਾਰੀਆਂ ਗੱਲਾਂ ਜੋ ਕਿ ਪਾਰਟੀਜ਼ ਨੂੰ ਸ਼ੋਭਾ ਨਹੀਂ ਦਿੰਦੀਆਂ। ਪਰ ਸਾਡਾ ਕਹਿੰਦੇ ਨਾ ਬਦਕਿਸਮਤੀ ਹੈ ਕਿ ਇਹੋ ਜਿਹੇ ਲੋਕ ਸਾਨੂੰ ਟੱਕਰਦੇ ਹਰ ਥਾਂ 'ਤੇ, ਜੋ ਪਾਰਟੀ ਸਾਨੂੰ ਮਤਲਬ ਭੇਡ ਬੱਕਰੀਆਂ ਸਮਝਦੇ ਨੇ ਕਿ ਬਈ ਇਹਨਾਂ ਨੂੰ ਜਿੱਦੇ ਮਰਜ਼ੀ ਰਾਹ ਲੰਘਾ ਦਿਓ। ਲੋਕ ਸਵੇਰ ਸ਼ਾਮ ਪਾਰਟੀਆਂ ਬਦਲ ਰਹੇ ਨੇ, ਜਿਵੇਂ ਕੋਈ ਅਖਲਾਕ ਹੀ ਨਹੀਂ ਰਿਹਾ। ਹੁਣ ਕੱਲ੍ਹ ਦੀ, ਚਲੋ ਨਹੀਂ ਕਹਿਣਾ ਚਾਹੀਦਾ, ਪਰ ਕੱਲ੍ਹ ਦੀ ਇੱਕ ਮੇਜਰ ਨਿਊਜ਼ ਸੀ ਵੀ ਇੱਕ ਬੜੀ ਵੱਡੀ ਜਿਹੜੀ
ਹਿੰਦੂ ਜਥੇਬੰਦੀ ਜਿਹੜੀ ਮਤਲਬ ਲੋਕਾਂ ਨੇ ਉਹਦੇ ਕਮੈਂਟ ਪਾ ਰਹੇ ਨੇ ਫੇਸਬੁੱਕ ਤੇ ਵੀ ਜਿਹੜੇ ਉੱਠਦੇ ਬੈਠਦੇ ਅਕਾਲੀ ਸਰਕਾਰ ਨੂੰ ਗਾਲਾਂ ਕੱਢਦੇ ਸੀ ਉਹਨਾਂ ਦੇ ਨਾਲ ਕੋਲੈਬੋਰੇਸ਼ਨ ਹੋ ਕੇ ਫੋਟੋ ਖਿਚਵਾਈ ਹੈ ਕਿ ਗਿਰਾਵਟ ਇਸ ਲੈਵਲ ਦੀ ਆ ਗਈ ਔਰ ਨੌਜਵਾਨ ਜਾਗਰੂਕ ਨਹੀਂ ਹੈ ਜਾਂ ਨੌਜਵਾਨ ਨੂੰ ਇਹ ਜਾਗਰੂਕ ਹੋਣ ਨਹੀਂ ਦੇ ਰਹੇ ਲੀਡਰ। ਐਕਚੁਅਲ ਦੇ ਵਿੱਚ ਇਹ ਜੋ ਇਸ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਦੇਖਣ ਨੂੰ ਸਪੈਸ਼ਲੀ ਮਿਲ ਰਿਹਾ ਕਿ ਸਵੇਰ ਤੋਂ ਸ਼ਾਮ ਨਹੀਂ ਹੁੰਦੀ, ਇੱਕ ਬੰਦਾ ਇੱਧਰ ਇੱਕ ਬੰਦਾ ਉੱਧਰ। ਐਕਚੁਅਲੀ ਇਹਨਾਂ ਦੇ ਚਿਹਰੇ ਬੇਨਕਾਬ ਹੋ ਰਹੇ ਨੇ ਔਰ ਯੂਥ ਔਰ ਪਬਲਿਕ ਪ੍ਰੋਪਰ ਇਹਨਾਂ ਤੋਂ ਅਵੇਅਰ ਹੁਣ ਹੋ ਰਹੀ ਹੈ। ਐਕਚੁਅਲੀ ਇਹਨਾਂ ਨੂੰ ਇਹ ਹੁੰਦਾ ਹੈ ਕਿ ਸ਼ਾਇਦ ਪਬਲਿਕ ਬੇਵਕੂਫ ਹੈ, ਇਹਨਾਂ ਨੂੰ ਸਮਝ ਨਹੀਂ ਆਉਂਦੀ, ਬਟ ਪਬਲਿਕ ਨੂੰ ਇਹ ਚੀਜ਼ ਸਮਝ ਆਉਣ ਲੱਗ ਗਈ ਹੈ ਕਿ ਅੰਦਰੋਂ ਇਹ ਸਭ ਇੱਕੋ ਨੇ, ਇਹ ਮੁਖੌਟੇ ਬਦਲਦੇ ਨੇ। ਜਿਵੇਂ ਹੁਣ ਚਾਹੇ ਉਹ ਸਾਡੇ ਮਹਾਰਾਜਾ ਸਾਹਿਬ ਨੇ, ਕੈਪਟਨ ਸਾਹਿਬ ਨੇ, ਚਾਹੇ ਉਹ ਆਪਣਾ ਵਿਸ਼ਨੂੰ ਸ਼ਰਮਾ ਜੀ ਨੇ, ਚਾਹੇ ਉਹ ਕੌਲੀ ਸਾਹਿਬ ਨੇ, ਚਾਹੇ ਉੱਪਰ ਜਥੇਬੰਦੀਆਂ ਨੇ ਜਿੰਨੀਆਂ, ਇੱਕ ਟਾਈਮ ਤੁਸੀਂ ਹਿੰਦੂਆਂ ਨੂੰ ਗਾਲਾਂ ਕੱਢਦੇ ਹੋ, ਫਿਰ ਤੁਸੀਂ ਕੱਟਰ ਤੱਕੜੀ ਦਾ ਨਿਸ਼ਾਨ ਲੈ ਕੇ ਤੁਰੋਗੇ। ਜਿਹੜੇ ਇੱਕ ਟਾਈਮ ਕੀ ਕਹਿੰਦੇ ਆ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਮੁੱਦਿਆਂ 'ਚ ਬਿਲਕੁਲ ਚੁੱਪ ਹੋ ਜਾਂਦੇ ਨੇ, ਬੋਲਦੇ ਨਹੀਂ ਹੈ, ਉਹ ਬੰਦੇ ਹੁਣ ਉਹਨਾਂ ਨਾਲ ਰਲ ਗਏ ਨੇ ਜਾ ਕੇ। ਮਤਲਬ ਕਿਸੇ ਦਾ ਕੋਈ ਸਟੈਂਡ ਨਹੀਂ ਆ ਹੁਣ। ਇਹ ਪੋਲਿਟਿਕਸ ਆਪਾਂ ਕਹਿੰਦੇ ਪੋਲਿਟਿਕਸ ਵੀ ਨਹੀਂ, ਬਹੁਤ ਘਟੀਆ ਲੈਵਲ ਦੀ ਜੋ ਚੀਜ਼ਾਂ ਆ ਗਈਆਂ ਨੇ ਹੁਣ ਉਹ ਨੇ। ਇਹਨਾਂ ਦਾ ਸਿਰਫ ਇੱਕ ਟੀਚਾ ਹੈ ਸਾਰੀ ਪਾਰਟੀਆਂ ਦਾ ਮਿਲ ਕੇ ਕਿ ਗਲਤੀ ਨਾਲ ਵੀ ਕੋਈ ਆਮ ਬੰਦਾ ਅਵੇਅਰ ਹੋ ਕੇ ਉੱਪਰ ਨਾ ਆ ਜੇ। ਜੇ ਇੱਕ ਆਜ਼ਾਦ ਬੰਦਾ ਕੋਈ ਜਿੱਤ ਗਿਆ ਤਾਂ ਉਸ ਨੂੰ ਸਾਡੇ ਵਿਚਕਾਰ ਸੇਂਧਮਾਰੀ ਹੋ ਜਾਊਗੀ ਕਿ ਅਸੀਂ ਕੀ ਕਰਨਾ ਚਾਹੁੰਦੇ। ਇਹੀ ਰਣਨੀਤੀ ਹੈ ਵੀ ਜਿਹੜੀ ਅਸੀਂ ਜਦੋਂ ਦੇਖਦੇ ਹਾਂ ਵੀ ਕੋਈ ਵੀ ਜਿਹੜੀ ਵੱਡੀ ਪਾਰਟੀ ਹੈ, ਰਵਾਇਤੀ ਪਾਰਟੀ ਆ, ਉਹ ਇੱਕ ਦੂਜੇ ਦੇ ਖਿਲਾਫ ਬਿਆਨ ਨਹੀਂ ਦਿੰਦੀ, ਪਰ ਆਜ਼ਾਦ ਤੇ ਆਪ ਖਾਸ ਕਰ ਆਪ ਵੀ ਆਪਾਂ ਕਹਿੰਦੇ ਇਹਨਾਂ ਦੇ ਖਿਲਾਫ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਨੇ। ਬਿਲਕੁਲ, ਇਹਨਾਂ ਦਾ ਮੇਨ ਰੀਜ਼ਨ ਇਹੀ ਹੁੰਦਾ ਹੈ ਕਿ ਇਹ ਇੱਕ ਦੂਜੇ ਦੇ ਖਿਲਾਫ ਹੀ ਮਤਲਬ ਲੋਕਾਂ ਨੂੰ ਲਗਾ ਕੇ ਰੱਖਦੇ ਸੀ, ਇਹਦੇ ਦੁਸ਼ਮਣ ਹੈ, ਉਹਦੇ ਦੁਸ਼ਮਣ ਹੈ। ਮੇਨ ਇਸ ਟਾਈਮ ਦੇਖਿਆ ਜਾ ਰਿਹਾ ਕਿ ਹਰ ਕੋਈ ਆਪ ਦੇ ਖਿਲਾਫ ਜ਼ਿਆਦਾ ਦਿਖਾਇਆ ਜਾ ਰਿਹਾ, ਬਟ ਐਕਚੁਅਲ ਦੇ ਵਿੱਚ ਆਪ ਦੇ ਖਿਲਾਫ ਵੀ ਨਹੀਂ ਹੈ, ਕਿਉਂਕਿ ਆਪ ਨੇ ਜਿਨ੍ਹਾਂ ਨੂੰ ਟਿਕਟ ਦਿੱਤੀ ਹੈ ਮੋਸਟਲੀ ਬੰਦੇ ਬੀਜੇਪੀ, ਕਾਂਗਰਸ ਔਰ ਅਕਾਲੀ ਦਲ ਤੋਂ ਆਏ ਹੋਏ ਬੰਦੇ ਆ। ਸੋ ਹੁਣ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਇਹ ਆਮ ਆਦਮੀ ਪਾਰਟੀ ਨੂੰ ਟਾਰਗੇਟ ਕਰ ਰਹੇ ਨੇ, ਬਿਲਕੁਲ ਨਹੀਂ। ਹੋ ਸਕਦਾ ਇਹ ਉਹਨੂੰ ਪ੍ਰਮੋਟ ਹੀ ਕਰ ਰਹੇ ਨੇ ਕਿ ਚਲੋ ਅਸੀਂ ਦੋ ਤਾਂ ਪਬਲਿਕ ਸਾਨੂੰ ਵੋਟ ਨਹੀਂ ਪਾਉਣ ਵਾਲੀ, ਆਪ ਨੂੰ ਹੀ ਪਾ ਦੇਵੇ ਟਾਰਗੇਟ ਬਾਰ-ਬਾਰ ਕਰਕੇ, ਔਰ ਜੇ ਆਪ ਪਾਵਰ 'ਚ ਆਵਾਂਗੇ ਤਾਂ ਫਿਰ ਅਸੀਂ ਪਾਵਰ ਦੇ ਵਿੱਚ। ਸੋ ਇਹਨਾਂ ਦਾ ਮੇਨ ਸਭ ਦਾ ਟੀਚਾ ਇੱਕੋ ਹੀ ਹੈ, ਪਬਲਿਕ ਅਵੇਅਰ ਨਾ ਹੋਏ, ਪਬਲਿਕ ਨੂੰ ਪਤਾ ਨਾ ਲੱਗੇ ਕਿ ਗਰਾਊਂਡ ਲੈਵਲ ਜੋ ਉੱਪਰ ਲੈਵਲ 'ਤੇ ਸੀਨੀਅਰਿਟੀ ਦੇ ਵਿੱਚ ਨੇ ਉੱਥੇ ਕੀ ਚੱਲ ਰਿਹਾ, ਔਰ ਅਸੀਂ ਆਪਣਾ ਸੀਟ ਲੈ ਜਾਈਏ, ਦੁਬਾਰਾ ਅਸੀਂ ਆਪਣੇ ਫਾਰਮ ਹਾਊਸਾਂ ਦੇ ਵਿੱਚ ਪਾਰਟੀਆਂ ਕਰੀਏ ਤੇ ਅਸੀਂ ਘੁੰਮੀਏ। ਜੇ ਆਪਣੇ ਮੁੱਦੇ ਲੈ ਕੇ ਚੱਲਦੇ ਹੋ ਤਾਂ ਕਿਹੜੀ ਉਹ ਖਾਸ ਗੱਲ ਹੈ, ਖਾਸ ਕਰ ਜਿਹੜੀ ਇੱਕ ਆਪਣੇ ਸਮੁਦਾਇ ਦੇ ਲਈ, ਔਰਤਾਂ ਦੇ ਲਈ, ਵੀ ਜੋ ਲੋਕਾਂ ਨੂੰ ਮੈਸੇਜ ਦੇਣਾ ਚਾਹੋ ਵੀ ਤੁਹਾਨੂੰ ਕਿਉਂ ਲੋਕ ਵੋਟ ਪਾਉਣ ਤੇ ਤੁਸੀਂ ਉਹਨਾਂ ਦੀ ਅਪਲਿਫਟਮੈਂਟ ਲਈ, ਉਹਨਾਂ ਦੀ ਐਮਪਾਵਰਮੈਂਟ ਲਈ ਕੀ ਫਿਊਚਰ ਪਲਾਨਸ ਨੇ ਤੁਹਾਡੇ? ਜੇ ਤੁਸੀਂ ਕੱਲ੍ਹ ਨੂੰ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ਦਾ ਹੈ, ਤੁਹਾਨੂੰ ਲੋਕ ਚੁਣਦੇ ਨੇ, ਤਾਂ ਤੁਸੀਂ ਕੀ ਅਗਲੇ ਫਿਊਚਰ ਪਲਾਨਸ ਬਣਾਏ ਨੇ? मतलब मेरे जो प्लान्स हैं, मैंने आज तक अपना मैनीफेस्टो लॉन्च नहीं करा, बट बीइंग अ सोशल वर्कर समाज ਦੇ ਵਿੱਚ ਵਿਚਰ ਕੇ ਜੋ ਮੇਰੀ ਸੋਚ ਸੀ ਕਿ ਮੈਂ ਇਹ ਚੀਜ਼ਾਂ ਲੈ ਕੇ ਆਉਣੀਆਂ। ਸਭ ਤੋਂ ਪਹਿਲਾਂ ਜੋ ਛੋਟੀ ਬੱਚੀਆਂ ਹੁੰਦੀਆਂ ਨੇ, ਜੋ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਸਾਡੇ ਹਿੰਦੁਸਤਾਨ ਦੇ ਵਿੱਚ ਕਹਿੰਦੇ ਨੇ ਇੱਕ ਬਿਮਾਰੀ ਬਹੁਤ ਬੁਰੀ ਤਰੀਕੇ ਨਾਲ ਫੈਲ ਰਹੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਰੇਪ, ਬਲਾਤਕਾਰ। ਸੋ ਮੈਂ ਆਪਣੇ ਏਰੀਏ ਦੇ ਵਿੱਚ ਬੀਇੰਗ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਇਸ ਚੀਜ਼ 'ਤੇ ਕੰਮ ਕਰਨਾ ਚਾਹੂੰਗੀ ਕਿ ਮੇਰੇ ਏਰੀਏ ਅਗਰ ਇਸ ਤਰ੍ਹਾਂ ਦਾ ਕੋਈ ਵੀ ਕੇਸ ਨਿਕਲਦਾ ਕਦੇ ਵੀ, ਬੀਇੰਗ ਅ ਵੂਮਨ ਦੇ ਤੌਰ 'ਤੇ, ਬੀਇੰਗ ਅ ਗਰਲ ਦੇ ਤੌਰ 'ਤੇ, ਮੈਂ ਇਸ ਚੀਜ਼ 'ਤੇ ਸਖਤ ਤੋਂ ਸਖਤ ਕਾਰਵਾਈ ਖੁਦ ਅੱਗੇ ਵੱਧ ਕੇ ਇਸ ਚੀਜ਼ 'ਤੇ ਕਰਾਂਗੀ ਔਰ ਐਜੂਕੇਟ ਕਰਾਂਗੀ ਪੇਰੈਂਟਸ ਨੂੰ ਔਰ ਜੋ ਵੀ ਮਤਲਬ ਲੋਕ ਹੈ ਇਸ ਚੀਜ਼ 'ਤੇ ਕੰਮ ਕਰਨਾ ਹੈ। ਪਲੱਸ ਜੋ 50% ਸਾਡਾ ਵੋਟਰ ਹੈ, 50% ਵੋਟਰ ਵੂਮਨਸ ਨੇ, ਉਹਨਾਂ ਦੇ ਅਧਿਕਾਰਾਂ ਦੀ ਗੱਲ ਕੋਈ ਨਹੀਂ ਕਰਦਾ। ਇਹ ਮੇਰਾ ਮੁੱਦਾ ਹੋਏਗਾ ਕਿ ਮੈਂ ਆਪਣੀ ਅਸੈਂਬਲੀ ਦੇ ਵਿੱਚ ਇਹਨਾਂ ਨੂੰ ਉਹ ਪਾਵਰ ਦੇਵਾਂ, ਇਹਨਾਂ ਲਈ ਜੋ ਸੈਲਫ ਹੈਲਪ ਗਰੁੱਪਸ ਨੇ ਉਹਨਾਂ ਨੂੰ ਪ੍ਰਮੋਟ ਕਰਾਂ, ਉਹ ਵਧਣ ਤਾਂ ਕਿ ਔਰਤਾਂ ਆਪਣੇ ਹੱਕ ਲਈ ਸਮਝਣ ਕਿ ਉਹਨਾਂ ਦਾ ਹੱਕ ਕੀ ਹੈ ਔਰ ਉਸ ਲਈ ਖੁਦ ਖੜਨ। ਸੈਕਿੰਡ, ਜੋ ਇਹਨਾਂ ਦੇ ਲਈ ਮੈਡੀਕਲ ਫੈਸਿਲਿਟੀਜ਼ ਹੈ, ਜਦ ਵੀ ਕੋਈ ਸਰਕਾਰ ਆਉਂਦੀ ਹੈ, ਕਦੇ ਆਯੁਸ਼ਮਾਨ ਕਾਰਡ ਲਾਂਚ ਕਰਨਾ, ਕਦੇ ਕੋਈ ਸਕੀਮ ਲਾਂਚ ਕਰਨੀ, ਭਗਤ ਪੂਰਨ ਸਿੰਘ ਯੋਜਨਾ ਬਣਾਉਣੀ, ਬਟ ਇਲੈਕਸ਼ਨ ਆਉਣ ਤੋਂ ਬਾਅਦ ਸਭ ਕੁਝ ਖਤਮ। ਘੱਟੋ ਘੱਟ 6 ਮਹੀਨੇ ਕੋਈ ਸਰਵਿਸ ਨਹੀਂ, ਕੁਝ ਵੀ ਨਹੀਂ ਦਿੰਦੇ। ਤਾਂ ਮੇਰੇ ਵੱਲੋਂ ਇਹ ਹੋਏਗਾ ਕਿ ਮੈਂ ਕੁਝ ਐਸੀ ਕਮੇਟੀਜ਼ ਡਿਵੈਲਪ ਕਰਵਾਉਣ ਦੇ ਵਿੱਚ ਹੈਲਪ ਕਰਾਂ ਜੋ ਕਿ ਜ਼ਰੂਰੀ ਨਹੀਂ ਸਰਕਾਰ ਜਾਣ ਤੋਂ ਬਾਅਦ ਜਾਂ ਮੇਰੇ ਜਾਣ ਤੋਂ ਬਾਅਦ ਉਹ ਬੰਦ ਹੋ ਜਾਣ। ਉਹ ਇਹਨਾਂ ਨੂੰ ਸਸ਼ਕਤ ਕਰਨ ਦੀ ਗੱਲ ਹੈ, ਇਹਨਾਂ ਦੀ ਅਪਲਿਫਟਮੈਂਟ ਜੋ ਕਰਨੀ ਹੈ, ਇੰਪਾਵਰਮੈਂਟ 'ਤੇ ਜੋ ਆਪਾਂ ਗੱਲ ਕਰਦੇ ਹਾਂ ਉਸ ਦੇ ਲਈ ਹੈ, ਤਾਂ ਕਿ ਇਹ ਇਹਨਾਂ ਨੂੰ ਪਤਾ ਹੋਏ ਕਿ ਅਸੀਂ ਆਪਣੇ ਅਧਿਕਾਰਾਂ ਲਈ ਕਿਵੇਂ ਲੜਨਾ। ਅੱਜ ਮੈਂ ਜ਼ਰੂਰੀ ਨਹੀਂ ਕਿ ਮੈਂ ਆਪਣੇ ਪਰਿਵਾਰ ਜਾਂ ਮੈਂ ਖੁਦ ਨੂੰ ਇੱਕ ਲੀਡਰ ਦੇ ਤੌਰ 'ਤੇ ਲੰਬੇ ਟਾਈਮ ਤੱਕ ਦੇਖਾਂਗੀ, ਮੇਰੇ ਬਾਅਦ ਕੋਈ ਔਰ ਵੀ ਲੜਕੀਆਂ ਖੜੀ ਹੋਣ ਜੋ ਇਹ ਕਹਿਣ ਕਿ ਅਸੀਂ ਆਪਣੇ ਅਧਿਕਾਰਾਂ ਲਈ ਲੜ ਸਕਦੇ ਹਾਂ। ਦੂਜੀ ਗੱਲ, ਜੋ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਇਹਨਾਂ ਨੇ 50% ਦੀ ਰਿਜ਼ਰਵੇਸ਼ਨ ਦਾ ਹਰ ਵਾਰ ਰੌਲਾ ਪਾਉਂਦੇ ਨੇ ਕਿ ਅਸੀਂ ਦੇਣੀ ਹੈ। ਮੇਰੀ ਲੜਾਈ ਉਸ ਲਈ ਵੀ ਹੋਏਗੀ ਕਿ 50% ਦੇਣ ਔਰ ਜੈਨੂਅਨ ਕੁੜੀਆਂ ਨੂੰ ਦੇਣ, ਤਾਂ ਕਿ ਕੁੜੀਆਂ ਰਾਜਨੀਤੀ ਦਾ ਹਿੱਸਾ ਬਣਨ ਔਰ ਸਾਡੀ ਅਪਲਿਫਟਮੈਂਟ ਜੋ ਕਹਿੰਦੇ ਨਾ ਸਾਡੀ ਉਸ ਚੀਜ਼ ਲਈ ਕੰਮ ਕਰਨ, ਤਾਂ ਕਿ ਡਿਵੈਲਪਮੈਂਟ ਹੋਏ
ਔਰ ਜੋ ਦਬੀ ਕੁਚਲੀਆਂ ਕੁੜੀਆਂ ਹੁੰਦੀਆਂ ਜੋ ਐਜੂਕੇਟ ਨਹੀਂ ਹੋ ਪਾਉਂਦੀਆਂ ਜਾਂ ਕਿਸੇ ਰੀਜ਼ਨ ਕਰਕੇ ਉਹਨਾਂ ਨੂੰ ਪਿੱਛੇ ਰਹਿਣਾ ਪੈਂਦਾ, ਉਹ ਸਾਹਮਣੇ ਆ ਕੇ ਇਸ ਫੀਲਡ ਦੇ ਵਿੱਚ ਵੀ ਆਪਣਾ ਕਰੀਅਰ ਬਣਾਉਣ ਔਰ ਇਸ ਤੋਂ ਇਲਾਵਾ ਜਿੰਨੇ ਫੀਲਡਸ ਹੈ ਉਹਦੇ ਵਿੱਚ ਵੀ ਉਹਨਾਂ ਨੂੰ ਜੌਬਸ ਮਿਲਣ ਔਰ ਉਹ ਅੱਗੇ ਵੱਧ ਸਕਣ। ਮੈਂ ਚਾਹੁੰਦੀ ਹਾਂ ਮੇਰੇ ਹਿੰਦੁਸਤਾਨ ਦੀ, ਮੇਰੇ ਪੰਜਾਬ ਦੀ, ਮੇਰੇ ਪਟਿਆਲੇ ਦੀ ਕੁੜੀਆਂ ਅੱਗੇ ਆਉਣ ਔਰ ਅੱਗੇ ਆ ਕੇ ਆਪਣੇ ਹੱਕ ਨੂੰ ਮੰਗਣ, ਨਾ ਹੁਣ ਛੀਨਣ ਦੇ ਅਧਿਕਾਰ ਦੇ ਨਾਲ ਆਣ ਕਿ ਅਸੀਂ ਛਿਨ ਵੀ ਸਕਦੇ ਹਾਂ ਤੁਹਾਡੇ ਤੋਂ। ਔਰ ਇਸੀ ਸੋਚ ਨਾਲ ਮੈਂ ਅੱਗੇ ਆਈ ਹਾਂ ਕਿ ਮੇਰੇ ਨਾਲ ਜਿੰਨੀ ਮੇਰੀ ਯੂਥ ਬ੍ਰਿਗੇਡ ਹੈ, ਜਿਸ 'ਚ ਕੁੜੀਆਂ ਵੀ ਨੇ ਸਪੈਸ਼ਲੀ, ਉਹ ਇਸ ਚੀਜ਼ ਲਈ ਜੋ ਉਹਨਾਂ ਦਾ, ਜੋ ਮੇਰਾ ਸੁਪਨਾ ਹੈ ਉਹ ਉਹਨਾਂ ਦਾ ਵੀ ਸੁਪਨਾ, ਔਰ ਉਸ ਸੁਪਨੇ ਉਹਨਾਂ ਨੂੰ ਸਮਝ ਆਏ ਕਿ ਅਗਰ ਜੋਤੀ ਤਿਵਾਰੀ ਅਗਰ ਇਸ ਸੁਪਨੇ ਨਹੀਂ ਲੜ ਸਕਦੇ ਤਾਂ ਅਸੀਂ ਵੀ ਜ਼ਰੂਰ ਲੜਾਂਗੇ। ਕੈਸਾ ਰਿਸਪੌਂਸ ਮਿਲ ਰਿਹਾ ਜੀ? ਤੁਸੀਂ ਜਾਣਦੇ ਹੋ ਲੋਕ ਕਿਹੜੀ ਵਰਗ ਹੈ ਜਿਹੜਾ ਤੁਹਾਡੇ ਨਾਲ ਜ਼ਿਆਦਾ ਜੁੜ ਰਿਹਾ, ਕਿਹੜਾ ਵਰਗ ਹੈ ਜਿਹੜਾ ਤੁਹਾਨੂੰ ਉਤਸ਼ਾਹਿਤ ਕਰ ਰਿਹਾ, ਔਰ ਕਿਹੜਾ ਵਰਗ ਹੈ ਜਿਹੜਾ ਤੁਹਾਡੀ ਗੱਲ ਸੁਣ ਰਿਹਾ ਜੀ? ਸਭ ਤੋਂ ਜ਼ਿਆਦਾ ਮੇਰੇ ਨਾਲ ਯੂਥ ਤੁਰ ਰਿਹਾ, ਯੂਥ ਦੀ ਬਹੁਤ ਅੱਛਾ ਹੁੰਗਾਰਾ ਮਿਲਿਆ। ਮੈਂ ਜਿੰਨੀ ਵੀ ਹੁਣ ਤੱਕ ਮੀਟਿੰਗ ਕੰਡਕਟ ਕਰੀ ਹੈ, ਮੈਨੇ ਜਦ ਆਪਣਾ ਮਤਲਬ ਮੇਰੇ ਲਈ ਇਹ ਗੱਲ ਚੱਲੀ ਕਿ ਮੈਂ ਇਲੈਕਸ਼ਨਾਂ 'ਚ ਚੱਲ ਰਹੀ ਹਾਂ, ਸਭ ਤੋਂ ਜ਼ਿਆਦਾ ਯੂਥ ਨੇ ਮੈਨੂੰ ਇਸ ਚੀਜ਼ ਲਈ ਉਤਸ਼ਾਹਿਤ ਕੀਤਾ ਕਿ ਤੁਸੀਂ ਖੜੋ, ਅਸੀਂ ਤੁਹਾਡੇ ਨਾਲ ਹਾਂ। ਉਸ ਤੋਂ ਬਾਅਦ ਜੋ ਵਿਮਨਸ ਹੈ ਸਾਡੇ ਪਟਿਆਲੇ ਦੀ, ਜਿੰਨੀ ਵੀ ਹੁਣ ਤੱਕ ਜਿਨ੍ਹਾਂ ਨਾਲ ਮੇਰੀ ਮੁਲਾਕਾਤ ਹੋਈ ਹੈ, ਉਹਨਾਂ ਨੇ ਬਹੁਤ ਪਿਆਰ ਦਿੱਤਾ ਔਰ ਉਹਨਾਂ ਦਾ ਪੂਰਾ ਸਪੋਰਟ ਮੈਨੂੰ ਮਿਲ ਰਿਹਾ ਹੈ। ਇਨਫੈਕਟ ਉਹ ਮੇਰੀ ਖੁਦ ਕੈਂਪੇਨਿੰਗ ਦਾ ਹਿੱਸਾ ਬਣਨਾ ਚਾਹੁੰਦੇ ਨੇ। ਔਰ ਜੋ ਕੁੜੀਆਂ ਨੇ ਉਹ ਇਸ ਚੀਜ਼ ਦੇ ਵਿੱਚ, ਜਿਵੇਂ ਕਿ ਮੈਂ ਦੱਸਿਆ ਕਿ ਕੁੜੀਆਂ ਫਰੰਟ 'ਤੇ ਨਹੀਂ ਆ ਪਾਉਂਦੀਆਂ, ਪੋਲੀਟਿਕਸ, ਰਾਜਨੀਤਿਕ ਇਹੋ ਜਿਹਾ ਖੇਤਰ ਹੈ ਜਿਹਦੇ ਵਿੱਚ ਕੁੜੀਆਂ ਨੂੰ ਉਹਨਾਂ ਦੇ ਪੇਰੈਂਟਸ ਵੀ ਅੱਗੇ ਆਉਣ ਦੀ ਅਲਾਓ ਨਹੀਂ ਕਰਦੇ। ਮੇਰੇ ਪੇਰੈਂਟਸ ਇਸ ਮਾਮਲੇ ਦੇ ਵਿੱਚ ਥੋੜ੍ਹਾ ਉਹਨਾਂ ਨੇ ਮੈਨੂੰ ਅਲਾਓ ਕੀਤਾ। ਇਹੀ ਮੈਂ ਚਾਹੁੰਦੀ ਹਾਂ ਕਿ ਕੁੜੀਆਂ ਨੂੰ ਵੀ ਮੌਕਾ ਮਿਲੇ, ਪਰ ਮੇਰੇ ਆਉਣ ਨਾਲ ਹੀ ਉਹਨਾਂ ਨੂੰ ਮੌਕਾ ਮਿਲੇਗਾ। ਸੋ ਕੁੜੀਆਂ ਵੀ ਬਹੁਤ ਹੈ ਜੋ ਵੋਟ ਦੇਣਾ ਚਾਹੁੰਦੀਆਂ, ਅੱਗੇ ਆਉਣਾ ਚਾਹੁੰਦੀਆਂ, ਔਰ ਉਹਨਾਂ ਨੇ ਵੀ ਪੂਰਾ ਸਪੋਰਟ ਦਿੱਤਾ ਹੈ। ਸੋ ਮੇਰੇ ਲਈ, ਮੇਰੇ ਜੋ ਏਰੀਆ ਪਟਿਆਲਾ ਸ਼ਹਿਰ, ਉਹਦੇ ਵਿੱਚੋਂ ਮੈਨੂੰ ਹਰ ਤਬਕੇ ਤੋਂ ਪੂਰਾ ਸਪੋਰਟ ਮਿਲ ਰਿਹਾ ਹੈ। ਜੋ ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ ਜੁੜੇ ਹੈ, ਜੋ ਆਮ ਹੈ, ਆਪਣੇ ਘਰ ਗ੍ਰਸਤੀ ਵਾਲੇ ਨੇ, ਉਹਨਾਂ ਵੱਲੋਂ ਮੈਨੂੰ ਪੂਰਾ ਸਪੋਰਟ ਹੈ। ਔਰ ਰੱਬ ਦੀ ਕਿਰਪਾ ਹੋਈ, ਬਾਬਾ ਜੀ ਦੀ ਮਿਹਰ ਹੋਈ ਤਾਂ ਜ਼ਰੂਰ ਜਿੱਤਾਂਗੇ। ਸੋ ਇਹ ਸੀ ਗੱਲਬਾਤ ਇੱਕ ਨੌਜਵਾਨ ਉਦਮੀ ਹਿੰਮਤੀ ਲੜਕੀ ਦੇ ਨਾਲ ਜੋ ਲੰਮੇ ਸਮੇਂ ਤੋਂ ਸਮਾਜ ਸੇਵਾ ਨਾਲ ਵੀ ਜੁੜੀ ਹੋਈ ਹੈ। ਵੱਖ-ਵੱਖ ਪਾਰਟੀਆਂ ਦੇ ਨਾਲ ਬਤੌਰ ਵਲੰਟੀਅਰ ਕੰਮ ਵੀ ਕੀਤਾ, ਬਹੁਤ ਕੁਝ ਸਿੱਖਿਆ, ਐਡਮਿਨਿਸਟ੍ਰੇਸ਼ਨ ਦੇ ਨਾਲ ਕੰਮ ਵੀ ਕੀਤਾ, ਪਿੰਡਾਂ ਦੇ ਵਿੱਚ ਜਾ ਕੇ ਥਾਈਂ ਲੈਕਚਰ ਵੀ ਦਏ, ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ, ਤੇ ਖਾਸ ਕਰ ਪਟਿਆਲੇ ਦੇ ਉਸ ਖਿੱਤੇ ਦੇ ਵਿੱਚ ਨਿਵਾਸ ਵੀ ਹੈ ਜਿਸ ਨੂੰ ਅਸੀਂ ਇੱਕ ਸੋ ਕਾਲਡ ਸਲਮ ਕਹਿੰਦੇ ਹਾਂ, ਕਿਉਂਕਿ ਮਥੁਰਾ ਕਲੋਨੀ ਜਿਹੜੀ ਆ ਉਹ ਹਜੇ ਤੱਕ ਡਿਵੈਲਪ ਨਹੀਂ ਹੋ ਸਕੀ। ਬੜੇ ਮਸਲੇ ਨੇ, ਪਰ ਨੌਜਵਾਨ ਜਿਹੜੇ ਨੇ ਉੱਦਮ ਕਰਦੇ ਨੇ, ਹਿੰਮਤ ਅਜਿਹੇ ਨੌਜਵਾਨਾਂ ਦੀ, ਔਰ ਸਾਨੂੰ ਇਹਨਾਂ ਦਾ ਸਾਥ ਵੀ ਦੇਣਾ ਚਾਹੀਦਾ ਆ ਕਿਉਂਕਿ ਨੌਜਵਾਨ ਬਦਲਾਵ ਦੀ ਸ਼ਮਤਾ ਰੱਖਦੇ ਨੇ। ਨੌਜਵਾਨ ਲਈ ਇੱਕ ਗੱਲ ਬੜੀ ਖਾਸ ਤੌਰ 'ਤੇ ਕਹੀ ਜਾਂਦੀ ਹੈ ਵੀ ਯੂਥ ਯੂ ਕੈਨ ਡੂ ਐਵਰੀਥਿੰਗ। ਸੋ ਇੱਕ ਉਮੀਦ ਵੀ ਹੈ, ਇੱਕ ਆਸ ਵੀ ਹੈ, ਅਤੇ ਸਾਡੀਆਂ ਸਟਿੰਗ ਨਿਊਜ਼ ਦੀਆਂ ਵੈਲ ਵਿਸ਼ਜ਼ ਵੀ ਨੇ ਇਹਨਾਂ ਨੂੰ ਵੀ ਇਹ ਨੌਜਵਾਨ ਅੱਗੇ ਆਉਣ ਤਾਂ ਜੋ ਹੋ ਸਕਦਾ ਵੀ ਜਿਹੜੀ ਰਵਾਇਤੀ ਖੇਡ ਚੱਲ ਰਹੀ ਹੈ ਬਾਰੀ ਬਦਲਣ ਦੀ, ਉਹਦੇ 'ਚ ਵੀ ਕੁਝ ਬਦਲਾਅ ਆ ਸਕੇ। ਸਾਰੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਜੈ ਹਿੰਦ, ਜੈ ਭਾਰਤ।